ਹਾਂਜੀ ਬੇਟੇ। ਆਪਾਂ ਬੇਟੇ ਕੀ ਕਰਨਾ ਹੈਗਾ ਹੈ, ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਨਾ ਹੈ what is equation of homogeneity।
इक्वेशन ऑफ होमोजेनिटी अपने को की है, इक्वेशन ऑफ होमोजेनिटी। देखो बेटे, इट इज द कॉम्बिनेशन ऑफ टू वर्ड्स, होमो प्लस जेनिटी। होमो मीन्स की हुंदा बेटे सेम, होमो मीन्स की हुंदा सेम, जेनेटी मीन्स जेनेटिक्स। जेनेटिक्स ਦਾ ਮਤਲਬ ਉਹ ਚੀਜ਼ਾਂ ਇੱਕੋ ਜਿਹੀਆਂ ਹੋਣ। ਠੀਕ ਹੈ ਜੀ, ਇੱਥੇ ਸੇਮ ਜੈਨੇਟਿਕਸ ਦਾ ਮਤਲਬ ਕੀ ਹੈ, ਸੇਮ ਡਾਇਮੈਂਸ਼ਨ, ਕੀ ਹੋਣ ਸੇਮ dimensions. So what is the equation of homogeneity? According to this equation, if the dimensions on both sides of a dimensional equation are same, then formula is correct. Then formula is, or vice versa, or vice versa। ਪਲੇਟਾਂ ਕਿਹੜਾ ਸਕੋਲੀਆਂ ਕਿਹੜਾ ਸਿੱਟੀ ਜਾਂਦਾ। ਵਾਈਸ ਵਰਸਾ ਦਾ ਮਤਲਬ ਕੀ ਹੁੰਦਾ ਬੇਟੇ? ਵਾਈਸ ਵਰਸਾ ਦਾ ਮਤਲਬ ਉਲਟ ਵੀ ਸਹੀ ਹੈ। ਮਤਲਬ ਜੇਕਰ ਕੋਈ ਫਾਰਮੂਲਾ ਸਹੀ ਹੈ ਤਾਂ ਉਹਦੇ ਡਾਈਮੈਂਸ਼ਨ ਵੀ ਦੋਵੇਂ ਸਾਈਡ ਤੇ ਬਰਾਬਰ ਹੋਣਗੇ। ਕਿਉਂਕਿ ਆਪਾਂ ਇਹ ਗੱਲ ਕਹੀ ਹੈ ਵੀ ਕਿਸੇ ਡਾਈਮੈਂਸ਼ਨਲ ਇਕੁਏਸ਼ਨ ਦੇ ਬੋਥ ਸਾਈਡ ਤੇ ਡਾਈਮੈਂਸ਼ਨ ਸੇਮ ਹੈ ਤਾਂ ਫਾਰਮੂਲਾ ਕਰੈਕਟ ਹੈ। ਤੇ ਜੇ ਕੋਈ ਫਾਰਮੂਲਾ ਕਰੈਕਟ ਹੈਗਾ ਤਾਂ ਉਹਦੇ ਬੋਥ ਸਾਈਡ ਤੇ ਡਾਈਮੈਂਸ਼ਨ ਵੀ ਕੀ ਹੋਣੇ ਚਾਹੀਦੇ ਆ, ਸੇਮ। ਇਹ ਪੁਆਇੰਟ ਦੱਸੋ ਬੇਟੇ, ਕਲੀਅਰ ਹੋਇਆ ਕਿ ਨਹੀਂ ਹੋਇਆ? ਹਾਂਜੀ, ਹੁਣ ਇਹਦੀ ਇੱਕ ਆਪਾਂ ਐਗਜ਼ਾਮਪਲ ਲੈਣੇ। ਦੇਖੋ ਬੇਟੇ ਦੱਸੋ, L ਪਲੱਸ L ਕੀ ਹੋਏਗਾ ਤੇ L ਮਾਈਨਸ L ਕੀ ਹੋਏਗਾ? ਅੱਛਾ ਜੀ, ਤੇ L ਮਾਈਨਸ L ਇਹ ਬੇਟੇ ਆਪਾਂ ਹੋਮੋਜੈਨਿਟੀ ਦੇ ਅਕੋਰਡਿੰਗਲੀ ਦੱਸਣਾ ਹੈ। L ਪਲੱਸ L ਹੁੰਦਾ ਆਪਣੇ ਕੋਲ L, ਤੇ L ਮਾਈਨਸ L ਵੀ ਆਪਣੇ ਕੋਲ ਕੀ ਹੁੰਦਾ, L। ਮਤਲਬ ਕੀ ਇਹਦਾ ਧਿਆਨ ਨਾਲ ਸਮਝੋ। ਕਹਿਣ ਦਾ ਮਤਲਬ ਇਹ ਹੈ ਵੀ ਜੇਕਰ ਇੱਕ ਲੈਂਥ ਦੇ ਵਿੱਚ ਇੱਕ ਲੈਂਥ ਜੋੜਾਂਗੇ ਤਾਂ ਜਿਹੜਾ ਰਿਜ਼ਲਟ ਆਊਗਾ ਉਹ ਵੀ ਇੱਕ ਲੈਂਥ ਹੀ ਹੋਵੇਗੀ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਜੇਕਰ ਇੱਕ ਲੈਂਥ ਦੇ ਵਿੱਚੋਂ ਇੱਕ ਲੈਂਥ ਘਟਾਵਾਂਗੇ ਜਾਂ ਸਬਟ੍ਰੈਕਟ ਕਰਾਂਗੇ ਤਾਂ ਆਊਟਪੁੱਟ ਵਿਲ ਬੀ ਅ ਲੈਂਥ। ਠੀਕ ਹੈ ਜੀ, ਇੱਥੋਂ ਆਪਣਾ ਇੱਕ ਜਿਹੜਾ ਕਨਕਲੂਜਨ ਨਿਕਲਦਾ ਜਿਹੜਾ ਇੰਪੋਰਟੈਂਟ ਹੈ, ਇਹਦਾ ਮਤਲਬ ਕੀ ਹੈ, ਸੇਮ ਕੁਆਂਟੀਟੀਜ਼ ਕੈਨ ਬੀ ਐਡਿਡ ਔਰ ਸਬਟ੍ਰੈਕਟਡ। same quantities can be added or subtracted। clear ਹੋਇਆ ਕਿ ਨਹੀਂ ਹੋਇਆ? ਕਹਿਣ ਦਾ ਮਤਲਬ ਇਹ ਹੈ ਵੀ we cannot add mass to the length। ਮਾਸ ਦੇ ਵਿੱਚ ਅਸੀਂ ਲੈਂਥ ਨੂੰ ਜੋੜ ਨਹੀਂ ਸਕਦੇ, ਕਿਉਂਕਿ ਮਾਸ ਦੇ ਵਿੱਚ ਕੀ ਐਡ ਹੋਊਗਾ, ਮਾਸ, ਤੇ ਲੈਂਥ ਦੇ ਵਿੱਚ ਕੀ ਐਡ ਹੋਊਗਾ, ਲੈਂਥ। ਇਹ ਇਕੁਏਸ਼ਨ ਆਫ ਹੋਮੋਜੈਨਿਟੀ ਹੈ। ਹੁਣ ਇਹਦੀ ਜੈਨਿਟੀ ਮਾਸ ਦੀ ਹੈ, ਇਹਦੇ ਡਾਈਮੈਂਸ਼ਨ ਮਾਸ ਦੇ, ਇਹਦੇ ਲੈਂਥ ਦੇ ਹੈ। ਸੇਮ ਕੁਆਂਟੀਟੀਜ਼ ਕੈਨ ਬੀ ਐਡਿਡ ਔਰ ਸਬਟ੍ਰੈਕਟਡ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਸੋ ਮਾਸ ਕੈਨ ਬੀ ਐਡਿਡ ਟੂ ਮਾਸ, ਲੈਂਥ ਕੈਨ ਬੀ ਐਡਿਡ ਟੂ ਲੈਂਥ। ਠੀਕ ਹੈ ਜੀ। ਲੋ ਫਿਰ ਆਪਾਂ ਇਸ ਤੋਂ ਬਾਅਦ ਹੁਣ ਆਪਾਂ ਕਰਦੇ ਹਾਂ ਫਸਟ ਐਪਲੀਕੇਸ਼ਨ। ਫਸਟ ਐਪਲੀਕੇਸ਼ਨ ਆਪਣੇ ਕੋਲੇ ਕੀ ਕਹਿੰਦੀ ਹੈ, ਦੇਖੋ, ਟੂ ਚੈੱਕ ਦੀ ਕਰੈਕਟਨੈਸ ਆਫ ਗਿਵਨ ਫਾਰਮੂਲਾ। ਟੂ ਚੈੱਕ ਦੀ ਕਰੈਕਟਨੈਸ ਆਫ ਅ ਗਿਵਨ ਫਾਰਮੂਲਾ। ਕਹਿਣ ਦਾ ਮਤਲਬ ਕੋਈ ਫਾਰਮੂਲਾ ਆਪਾਂ ਨੂੰ ਗਿਵਨ ਹੋਏਗਾ, ਆਪਾਂ ਚੈੱਕ ਕਰਨਾ ਵੀ ਉਹ ਫਾਰਮੂਲਾ ਸਹੀ ਹੈ ਕਿ ਨਹੀਂ, ਬਾਈ ਯੂਜ਼ਿੰਗ ਡਾਇਮੈਂਸ਼ਨਲ ਇਕੁਏਸ਼ਨ ਆਫ ਹੋਮੋਜੈਨਿਟੀ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਲੋ ਇਕੁਏਸ਼ਨ ਆਪਾਂ ਕੋਈ ਵੀ ਲਈਏ, ਮੰਨ ਲਓ ਕਾਈਨੈਟਿਕ એનર્ਜੀ ਦਾ ਫਾਰਮੂਲਾ ਕੀ ਹੁੰਦਾ ਬੇਟੇ, 1/2 mv ਸਕੁਅਰ ਜਾਂ ਹਾਫ mv ਸਕੁਅਰ। ਯਾਦ ਆ ਬੇਟੇ?
पोटेंशियल एनर्जी का फार्मूला की है mgh। ये भी एनर्जी है, ये अपने कोल की एनर्जी है ना, ये भी अपने कोल की है एनर्जी। ਇਹਦਾ ਮਤਲਬ ਜਿਹੜਾ ਫਾਰਮੂਲਾ ਅਸੀਂ ਚੈੱਕ ਕਰਨਾ ਆਪਾਂ ਨੂੰ ਆ ਦਿੱਤਾ ਹੋਇਆ 1/2 mv² ਇਜ਼ ਇਕੁਅਲ ਟੂ mgh। ਇਹਦਾ ਆਪਾਂ ਕੀ ਚੈੱਕ ਕਰਨਾ, ਵੈਦਰ ਦੀ ਫਾਰਮੂਲਾ ਇਜ਼ ਕਰੈਕਟ অর ਨਾਟ। ਇਸ ਤਰ੍ਹਾਂ ਨਾਲ ਆਪਾਂ ਨੂਮੈਰੀਕਲ ਆਉਣਗੇ ਜਾਂ ਕੁਐਸਚਨ ਆਊਗਾ, ਕੁਐਸਚਨ ਕੀ ਲਿਖਿਆ ਹੋਊਗਾ, ਚੈੱਕ ਵੈਦਰ ਦੀ ਗਿਵਨ ਫਾਰਮੂਲਾ ਇਜ਼ ਕਰੈਕਟ অর ਨਾਟ। ਠੀਕ ਹੈ ਜੀ। ਪਹਿਲਾਂ ਆਪਾਂ ਲਵਾਂਗੇ ਲੈਫਟ ਹੈਂਡ ਸਾਈਡ। ਲੈਫਟ ਹੈਂਡ ਸਾਈਡ ਕੀ ਹੈ ਆਪਣੇ ਕੋਲੇ, ਹਾਫ mv²। ਠੀਕ ਹੈ ਜੀ। ਜਿਹੜਾ ਹਾਫ ਹੈ ਬੇਟੇ ਇਹ ਆਪਣੇ ਕੋਲ ਕੀ ਹੈ, ਇਹ ਹੈਗਾ ਡਾਈਮੈਂਸ਼ਨ ਲੈਸ ਕਾਂਸਟੈਂਟ। ਇਹ ਆਪਣੇ ਕੋਲੇ ਕੀ ਹੈ, ਕਹਿੰਦਾ ਮਤਲਬ ਇਹਦੇ ਕੋਈ ਵੀ ਡਾਈਮੈਂਸ਼ਨ ਨਹੀਂ ਹੈਗੇ ਤੇ ਇਹਦੀ ਵੈਲਿਊ ਫਿਕਸ ਹੈ। ਕਾਂਸਟੈਂਟ ਦਾ ਮਤਲਬ ਕੀ ਹੈ, that do not changes with time। ਓਕੇ, ਹੁਣ ਅਸੀਂ ਗੱਲ ਡਾਈਮੈਂਸ਼ਨ ਦੀ ਕਰਨੀ ਹੈ, ਇਸ ਲਈ 1/2 ਨੂੰ ਆਪਾਂ ਕੀ ਕਰ ਸਕਦੇ ਹਾਂ, ਇਹਨੂੰ ਇਗਨੋਰ ਕਰ ਸਕਦੇ ਹਾਂ ਕਿਉਂਕਿ ਇਹਦੇ ਡਾਈਮੈਂਸ਼ਨ ਹੈ ਹੀ ਨਹੀਂ। m ਦੇ ਡਾਈਮੈਂਸ਼ਨ ਕੀ ਹੈ ਬੇਟੇ, ਕੈਪੀਟਲ M। v ਇਜ਼ ਦੀ ਵੈਲੋਸਿਟੀ, v ਆਪਣੇ ਕੋਲ ਕੀ ਹੈ, ਟੇਬਲ ਯਾਦ ਕੀਤਾ ਬੇਟੇ, ਕੱਲ ਤੁਹਾਨੂੰ ਕਿਹਾ ਸੀਗਾ ਟੇਬਲ ਯਾਦ ਕਰਿਓ। ਵੈਲੋਸਿਟੀ ਦੇ ਕੀ ਡਾਈਮੈਂਸ਼ਨ ਹੁੰਦੇ ਬੇਟੇ, lt - 1 ਕੀ ਹੁੰਦੇ ਆ, ਸਾਰੇ ਦਾ ਕੀ ਹੈ ਸਕੁਅਰ। ਮੈਂ ਬੇਟੇ ਤੁਹਾਨੂੰ ਤਾਂ ਹੀ ਇੱਕ ਗੱਲ ਕਹੀ ਸੀ, ਜੇ ਤੁਸੀਂ ਟੇਬਲ ਯਾਦ ਕਰੋਗੇ ਤਾਂ ਅੱਗੇ ਚੱਲੋਗੇ। ਹੁਣ ਜੇ ਮੰਨ ਲਓ ਇਹ ਨੂਮੈਰੀਕਲ ਆਇਆ, ਤੁਹਾਨੂੰ ਇਹ ਨਹੀਂ ਪਤਾ ਵੀ ਵੈਲੋਸਿਟੀ ਦੇ ਡਾਈਮੈਂਸ਼ਨ ਕੀ ਹੈ, ਤੇ ਤੁਸੀਂ ਇਹ ਨੂਮੈਰੀਕਲ ਨੂੰ ਸੋਲਵ ਨਹੀਂ ਕਰ ਸਕਦੇ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ। m ਦੀ ਪਾਵਰ 1 ਹੋ ਗਈ, ਇਹਦੀ l ਦੀ ਪਾਵਰ ਕੀ ਹੈ, ਜਦੋਂ ਕੋਈ ਵੀ ਉੱਪਰ ਪਾਵਰ ਹੋਵੇ ਤਾਂ ਪਾਵਰਸ ਮਲਟੀਪਲਾਈ ਹੋ ਜਾਂਦੀਆਂ। ਇੱਥੇ ਕਿੰਨੀ ਪਾਵਰ ਆ ਜਾਊਗੀ 2, ਤੇ t ਦੀ ਪਾਵਰ ਕਿੰਨੀ ਆ ਜਾਊਗੀ ਬੇਟੇ -2। ਇਹ ਪੁਆਇੰਟ ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ। ਇਹਦਾ ਮਤਲਬ ਲੈਫਟ ਹੈਂਡ ਸਾਈਡ ਨੂੰ ਅਸੀਂ ਸੋਲਵ ਕਰ ਲਿਆ। ਲੈਫਟ ਹੈਂਡ ਸਾਈਡ ਨੂੰ ਸੋਲਵ ਕਰਨ ਤੋਂ ਬਾਅਦ ਆਪਣੇ ਕੋਲ ਡਾਈਮੈਂਸ਼ਨ ਫਾਰਮੂਲਾ, ਜੋ ਡਾਈਮੈਂਸ਼ਨ ਜਿਹੜੀਆਂ ਆਈਆਂ m l2d - 2। ਠੀਕ ਹੈ, ਹੁਣ ਅਸੀਂ ਰਾਈਟ ਹੈਂਡ ਸਾਈਡ ਨੂੰ ਸੋਲਵ ਕਰਦੇ ਹਾਂ। ਕਿਹਨੂੰ ਸੋਲਵ ਕਰਦੇ ਹਾਂ, ਰਾਈਟ ਹੈਂਡ ਸਾਈਡ 'ਚ ਕੀ ਦਿੱਤਾ ਹੋਇਆ mgh। ਠੀਕ ਹੈ ਜੀ, ਜਿੰਦੇ ਵਿੱਚ m ਆਪਣੇ ਕੋਲ ਮਾਸ ਹੈ, g ਆਪਣੇ ਕੋਲ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਹੈ, ਤੇ h ਆਪਣੇ ਕੋਲ ਹਾਈਟ ਹੈ। ਮਾਸ ਦੇ ਡਾਈਮੈਂਸ਼ਨ ਕੀ ਹੋਣਗੇ ਬੇਟੇ, m। g ਕੀ ਹੈ ਬੇਟੇ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਧਰਤੀ ਜਿਸ ਬਲ ਨਾਲ ਵਸਤੂ ਨੂੰ ਆਪਦੇ ਵੱਲ ਖਿੱਚਦੀ ਹੈ, ਠੀਕ ਹੈ ਜੀ, ਉਹ ਫੋਰਸ ਦੇ ਵਿੱਚ ਯੂਜ਼ ਹੁੰਦਾ m × g। g ਕੀ ਹੈ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਗੁਰੂਤਾ ਆਕਰਸ਼ਣ। ਠੀਕ ਹੈ ਜੀ, ਬਲ ਆਪਾਂ ਕੈਲਕੂਲੇਟ ਕੀਤਾ ਹੋਇਆ। ਹੁਣ ਬੇਸਿਕਲੀ g ਹੈਗਾ ਕੀ ਹੈ ਬੇਟੇ, ਐਕਸਲਰੇਸ਼ਨ ਹੀ ਹੈ ਨਾ। g ਆਪਣੇ ਕੋਲ ਕੀ ਹੈ, ਐਕਸਲਰੇਸ਼ਨ। ਹੁਣ ਤੁਹਾਨੂੰ ਇਹਦੇ ਯੂਨਿਟ ਫਿਰ ਨਹੀਂ ਪਤਾ ਹੋਣੇ, ਤੁਸੀਂ ਟੇਬਲ ਯਾਦ ਨਹੀਂ ਕੀਤਾ। lt - 2 ਕੀ ਡਾਈਮੈਂਸ਼ਨ ਹੈ ਇਹਦੇ, h ਕੀ ਹੈ ਬੇਟੇ, h ਹਾਈਟ। ਹਾਈਟ ਵੀ ਕੀ ਹੁੰਦੀ ਹੈ ਬੇਟੇ, ਲੰਬਾਈ ਹੁੰਦੀ ਹੈ। ਇਹਦੇ ਡਾਈਮੈਂਸ਼ਨ ਵੀ ਕੀ ਹੋਣਗੇ, l। ਹੁਣ ਇਹਦੇ ਵਿੱਚ ਕੀ ਕਰੀਦਾ, ਇੱਕੋ ਜਿਹੀਆਂ ਟਰਮਸ ਇਕੱਠੀਆਂ ਕਰੀਦੀਆਂ, m ਕੱਲਾ ਤੇ ਕੱਲਾ ਆ ਗਿਆ, l ਆਪਣੇ ਕੋਲ 2 ਹੈ, ਇਹਦੀ ਪਾਵਰ 1 ਹੈ, ਇਹਦੀ ਪਾਵਰ 1 ਹੈ। ਯਾਦ ਰੱਖੋ, ਜਦੋਂ ਅਸੀਂ ਦੋ ਟਰਮਸ ਨੂੰ ਮਲਟੀਪਲਾਈ ਕਰਦੇ ਹਾਂ, x ਦੀ m × x ਦੀ n, ਜੇਕਰ ਉਹਨਾਂ ਦਾ ਬੇਸ ਸੇਮ ਹੋਵੇ ਤਾਂ ਪਾਵਰਸ ਕੀ ਹੋ ਜਾਂਦੀਆਂ, ਐਡ ਹੋ ਜਾਂਦੀਆਂ। ਪਾਵਰਸ ਕੀ ਹੋ ਜਾਂਦੀਆਂ, ਐਡ। if the base is same then powers will be added in case of multiplication ਦਾ ਰੂਲ ਹੈ। ਹੁਣ ਇਹਦੇ ਵਿੱਚ ਦੇਖੀਏ l ਹੈ ਬੇਸ, ਇਹਦੇ ਵਿੱਚ ਵੀ ਬੇਸ l ਹੈ, ਤੇ ਇਹਦੀਆਂ ਪਾਵਰਸ ਕੀ ਹੋ ਜਾਣਗੀਆਂ, ਐਡ।
1 + 1 ਕੀ ਹੋ ਜਾਊਗਾ 2। ਟੀ ਦੀਆਂ ਪਾਵਰ ਕਿੰਨੀਆਂ ਬੇਟੇ -2। ਇਹਨੂੰ ਕਹਿਤਾ ਇਕੁਏਸ਼ਨ ਨੰਬਰ ਸੈਕਿੰਡ। ਹੁਣ ਵੇਖੋ ਬੇਟੇ ਪਹਿਲੀ ਇਕੁਏਸ਼ਨ ਤੇ ਦੂਸਰੀ ਇਕੁਏਸ਼ਨ ਨੂੰ, ਬੋਥ ਆਰ ਸੇਮ। ਇਹਦਾ ਮਤਲਬ ਕੀ ਹੈ ਡਾਇਮੈਂਸ਼ਨਸ ਔਨ ਦੀ ਬੋਥ ਸਾਈਡ ਆਫ ਦੀ ਇਕੁਏਸ਼ਨ ਆਪਣੇ ਕੋਲ ਕੀ ਹੈ ਸੇਮ। ਤੇ ਇਕੁਏਸ਼ਨ ਆਫ ਹੋਮੋਜੈਨਿਟੀ ਕੀ ਕਹਿੰਦੀ ਹੈ ਕਿ ਜੇਕਰ ਬੋਥ ਸਾਈਡ ਤੇ ਇਕੁਏਸ਼ਨ ਸੇਮ ਹੋਣਗੀਆਂ ਤਾਂ ਫਾਰਮੂਲਾ ਕੀ ਹੋਊਗਾ। ਵੈਰੀ ਗੁੱਡ ਬੇਟੇ। ਤਾਂ ਸੋ ਆਪਾਂ ਲਾਸਟ ਤੇ ਆ ਲਾਈਨ ਲਿਖਣੀ ਹੈ। ਸੋ ਆਪਾਂ ਕਹਿਣਾ ਸੋ dimensions on both sides of the equation are same are so according to principle of homogeneity। ਬੇਟੇ ਲਾਊਡ ਸਪੀਕਰ ਕਿੰਨੇ ਔਨ ਕੀਤਾ ਹੋਇਆ ਹੈ। so according to principle of homogeneity if dimensions on both side of equation are same then formula ਕੀ ਹੋਊਗਾ correct। then formula is correct। ਇਹਦਾ ਮਤਲਬ ਇਕੁਏਸ਼ਨ ਆਫ ਹੋਮੋਜੈਨਿਟੀ ਦੇ ਅਕੋਰਡਿੰਗਲੀ ਅਸੀਂ ਸ਼ੋ ਕਰਤਾ ਵੀ ਡਾਇਮੈਂਸ਼ਨ ਸੇਮ ਹੈ, ਇਸ ਲਈ ਫਾਰਮੂਲਾ ਕੀ ਹੈ ਕਰੈਕਟ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ। ਜੇ ਮੰਨ ਲਓ ਆਪਾਂ ਇੱਕ ਹੋਰ ਐਗਜ਼ਾਮਪਲ ਲੈਂਦੇ ਆ f is equal to mv square by r। f is equal to mv square by r। f ਆਪਣੇ ਕੋਲ ਕੀ ਹੈ ਸੈਂਟਰੀਪੀਟਲ ਫੋਰਸ। ਉਹ ਵਾਲੀ ਫੋਰਸ ਜਦੋਂ ਕੋਈ ਵਸਤੂ ਇੱਕ ਸਰਕਲ ਦੇ ਵਿੱਚ ਮੂਵ ਕਰਦੀ ਹੈ ਤਾਂ ਉਹਨੂੰ ਆਪਦੇ ਕੇਂਦਰ ਵੱਲ ਖਿੱਚਦੀ ਹੈ। ਅੱਗੇ ਜਾ ਕੇ ਆਪਾਂ ਕਰਾਂਗੇ ਬਟ ਫॉर ਦੀ ਟਾਈਮ ਬੀਇੰਗ ਇਹਨੂੰ ਯਾਦ ਰੱਖੋ ਵੀ F ਫੋਰਸ ਹੈ। ਫੋਰਸ ਜਿਹੜੀ ਮਰਜ਼ੀ ਹੋਵੇ ਉਹਦਾ ਡਾਇਮੈਂਸ਼ਨਲ ਫਾਰਮੂਲਾ ਹੀ ਰਹਿਣਾ ਕਿਉਂਕਿ ਉਹਨਾਂ ਦੇ ਜੈਨੇਟਿਕਸ ਕੀ ਹੋਣਗੇ। ਹੋਮੋਜੈਨਿਟੀ ਕੀ ਕਹਿੰਦੀ ਹੈ ਵੀ ਜੈਨੇਟਿਕਸ ਕੀ ਹੋਣਗੇ ਸੇਮ, ਤਾਂ ਡਾਇਮੈਂਸ਼ਨ ਵੀ ਕੀ ਹੋਣਗੇ ਸੇਮ। ਜੇ ਪੋਟੈਂਸ਼ੀਅਲ એનર્ਜੀ ਹੈ, ਕਾਈਨੈਟਿਕ એનર્ਜੀ, ਕਿਸੇ ਵੀ ਤਰ੍ਹਾਂ ਦੀ ਕੋਈ ਵੀ એનર્ਜੀ ਹੈ ਤਾਂ ਉਹਦਾ ਡਾਇਮੈਂਸ਼ਨਲ ਫਾਰਮੂਲਾ ਉਹੀ ਹੋਊਗਾ ਜਿਹੜਾ એનર્ਜੀ ਦਾ ਹੁੰਦਾ। ਤੇ ਫੋਰਸ ਵੀ ਜਿਹੜੀ ਮਰਜ਼ੀ ਹੋਵੇ ਉਹਦਾ ਡਾਇਮੈਂਸ਼ਨਲ ਫਾਰਮੂਲਾ ਕੀ ਹੋਊਗਾ ਫੋਰਸ ਵਾਲਾ ਹੀ ਹੋਊਗਾ। ਠੀਕ ਹੈ ਬੇਟੇ। m ਆਪਣੇ ਕੋਲ ਕੀ ਹੈ ਬੇਟੇ ਮਾਸ, v ਆਪਣੇ ਕੋਲ ਕੀ ਹੈ ਵੈਲੋਸਿਟੀ, r ਆਪਣੇ ਕੋਲ ਕੀ ਹੈ ਰੇਡੀਅਸ। r ਆਪਣੇ ਕੋਲ ਕੀ ਹੈ ਕਿਉਂਕਿ ਕੋਈ ਬਾਡੀ ਹੈ ਜਿਹੜੀ ਬੇਟੇ ਉਹ ਆਪਣੇ ਕੋਲ ਇੱਕ ਸਰਕਲ ਦੇ ਵਿੱਚ ਕੀ ਕਰ ਰਹੀ ਹੈ ਮੂਵ ਕਰ ਰਹੀ ਹੈ। ਬਾਡੀ ਕਿਸ ਤਰ੍ਹਾਂ ਨਾਲ ਮੂਵ ਕਰ ਰਹੀ ਹੈ ਇੱਕ ਇੱਕ ਸਰਕਲ ਦੇ ਵਿੱਚ ਮੂਵ ਕਰ ਰਹੀ ਹੈ। ਜਦੋਂ ਕੋਈ ਵੀ ਚੀਜ਼ ਸਰਕਲ ਦੇ ਵਿੱਚ ਮੂਵ ਕਰਦੀ ਹੈ ਤਾਂ ਉਹਦਾ ਸੈਂਟਰ ਤੋਂ ਜਿਹੜੀ ਦੂਰੀ ਹੁੰਦੀ ਬੇਟੇ ਉਹਨੂੰ ਆਪਾਂ ਕੀ ਕਹਿੰਦੇ ਆ ਰੇਡੀਅਸ ਹੀ ਕਹਿੰਦੇ ਆ ਰੇਡੀਅਸ ਹੈ। ਆ ਕੋਈ ਬਾਡੀ ਹੈ ਜਿਹੜੀ ਬਾਡੀ ਹੈ ਉਹਦਾ ਮਾਸ m ਹੈ, ਮੰਨ ਲਓ ਇਸ ਡਾਇਰੈਕਸ਼ਨ ਚ ਮੂਵ ਕਰ ਰਹੀ ਹੈ ਤਾਂ ਉਹਦੀ ਵੈਲੋਸਿਟੀ ਹੈ। ਆ ਸਿਚੁਏਸ਼ਨ ਹੈ। ਉੱਥੇ ਉਹਨੇ ਇਹਨਾਂ ਦੱਸਣਾ ਨਹੀਂ, ਮੈਂ ਤੁਹਾਨੂੰ ਵੈਸੇ ਸਮਝਾ ਰਿਹਾ ਵੀ ਆਪਣੇ ਕੋਲ ਫਾਰਮੂਲਾ ਦਿੱਤਾ ਹੋਇਆ mv²/r ਤੇ ਅਸੀਂ ਉਹ ਫਾਰਮੂਲੇ ਨੂੰ ਕੀ ਕਰਨਾ ਹੈਗਾ ਚੈੱਕ ਕਰਨਾ ਹੈਗਾ ਵੀ ਇਹ ਫਾਰਮੂਲਾ ਸਹੀ ਹੈ ਕਿ ਗਲਤ ਹੈ। ਠੀਕ ਹੈ ਜੀ। ਤਾਂ ਆਪਣਾ ਮੈਥਡ ਕੀ ਹੈ ਲੈਫਟ ਹੈਂਡ ਸਾਈਡ ਲੈ ਲਓ। ਲੈਫਟ ਹੈਂਡ ਸਾਈਡ ਕੀ ਹੈ F ਕੀ ਹੈ ਸੈਂਟੀਪੀਟਲ ਫੋਰਸ। ਹੁਣ ਫੋਰਸ ਦਾ ਫਾਰਮੂਲਾ ਕੀ ਹੁੰਦਾ ਡਾਇਮੈਂਸ਼ਨਲ, ਟੇਬਲ ਯਾਦ ਨਹੀਂ ਕੀਤਾ ਬੇਟੇ। ਉਹ ਤਾਂ ਮੈਂ ਤੁਹਾਨੂੰ ਦੱਸਿਆ ਸੀ ਯਾਦ ਕਿਵੇਂ ਕਰਨਾ ਹੈ F ma। m ਦੀ ਵੈਲਿਊ m ਹੋ ਗਈ, ਐਕਸਲਰੇਸ਼ਨ ਦੀ ਹੁੰਦੀ LT-2। ਸੋ ਫੋਰਸ ਦਾ ਫਾਰਮੂਲਾ ਡਾਇਮੈਂਸ਼ਨਲ ਫਾਰਮੂਲਾ ਕੀ ਬਣ ਗਿਆ MLT-2। ਉਹ ਟੇਬਲ ਨੂੰ ਯਾਦ ਕਰਿਓ ਅੱਜ। ਠੀਕ ਹੈ। ਇਹਦਾ ਮਤਲਬ ਅਸੀਂ ਲੈਫਟ ਹੈਂਡ ਸਾਈਡ ਨੂੰ ਸੋਲਵ ਕਰ ਲਿਆ। ਲੈਫਟ ਹੈਂਡ ਸਾਈਡ ਨੂੰ ਸੋਲਵ ਕੀਤਾ ਤਾਂ ਆਪਣੇ ਕੋਲ ਕਿੰਨਾ ਆ ਗਿਆ MLT-2। ਹੁਣ ਅਸੀਂ ਕਿਹਨੂੰ ਸੋਲਵ ਕਰਾਂਗੇ ਰਾਈਟ ਹੈਂਡ ਸਾਈਡ। ਰਾਈਟ ਹੈਂਡ ਸਾਈਡ ਕੀ ਹੈ ਵੈਰੀ ਗੁੱਡ ਬੇਟੇ। m ਦਾ ਡਾਇਮੈਂਸ਼ਨਲ ਫਾਰਮੂਲਾ ਕੈਪੀਟਲ M, ਵੈਲੋਸਿਟੀ LT-1, ਐਕਸਲਰੇਸ਼ਨ LT-2 ਹੈ। ਉਹਦੀ ਪਾਵਰ ਵੇਖੋ 2 ਹੈ ਤਾਂ ਇੱਥੇ 2 ਲਿਖ ਦੇਣਾ। r ਆਪਣੇ ਕੋਲ ਕੀ ਹੈ ਬੇਟੇ ਰੇਡੀਅਸ, ਤਾਂ ਰੇਡੀਅਸ ਵੀ ਕੋਈ ਨਾ ਕੋਈ ਲੈਂਥ ਹੀ ਹੁੰਦੀ ਹੈ। ਪਤਾ ਲੱਗਿਆ ਕਿ ਨਹੀਂ ਲੱਗਿਆ ਬੇਟੇ।
ਹੁਣ ਆਪਾਂ ਕੀ ਕਰਨਾ, ਸੇਮ ਕੁਆਂਟੀਟੀਜ਼ ਨੂੰ ਇਕੱਠਾ ਕਰ ਦੇਣਾ। m ਕੱਲਾ l ਦੀ ਵੇਖੋ ਪਾਵਰ ਇੱਥੇ 1 ਹੈ, 2 ਨਾਲ ਮਲਟੀਪਲਾਈ ਹੋਊਗਾ ਤਾਂ ਕੀ ਬਣ ਗਿਆ l2, ਇੱਕ l ਨੀਚੇ ਪਿਆ ਉੱਪਰ ਲੈ ਕੇ ਜਾਵਾਂਗੇ ਤੇ ਇਹਦੀ ਪਾਵਰ ਕੀ ਹੋ ਜੂਗੀ ਮਾਈਨਸ। ਚਲੋ ਇੱਕ ਵਾਰੀ ਖੋਲ ਕੇ ਲਿਖ ਦਿੰਦਾ, ਆ ਚੀਜ਼ ਬਣ ਗਈ। t ਦੀ ਪਾਵਰ ਕਿੰਨੀ ਹੋਊਗੀ -2, t ਦੀ ਪਾਵਰ ਕਿੰਨੀ ਹੋਊਗੀ ਇੱਥੇ -1 ਹੈ, 2 ਨਾਲ ਮਲਟੀਪਲਾਈ ਕਰਾਂਗੇ ਤਾਂ ਕਿੰਨਾ ਹੋ ਜੂ -2। ਬੇਸ ਸੇਮ ਹੈ ਤਾਂ ਪਾਵਰ ਐਡ ਹੋਣਗੀਆਂ, 2 ਦੇ ਵਿੱਚ -1 ਐਡ ਕਰਾਂਗੇ ਤਾਂ ਕਿੰਨਾ ਆਊਗਾ ਬੇਟੇ 1, ਕਿਉਂਕਿ ਜਿਹੜੀ ਟਰਮ ਵੱਡੀ ਹੁੰਦੀ ਹੈ ਐਂਡ ਤੇ ਨਿਸ਼ਾਨ ਹੁੰਦਾ ਹੁੰਦਾ। ਦੋ ਟਰਮ ਦੇ ਆਪਣੇ ਕੋਲ ਕੀ ਹੈ ਸਿੰਬਲਸ ਅਲੱਗ-ਅਲੱਗ ਹੋਣ, ਇੱਕ ਐਡ ਦਾ ਹੋਵੇ ਇੱਕ ਸਮ ਦਾ ਹੋਵੇ, ਤਾਂ ਜਦੋਂ ਉਹਨੂੰ ਐਡ ਕਰਦੇ ਆ ਤਾਂ ਸਬਟ੍ਰੈਕਸ਼ਨ ਹੁੰਦੀ ਹੈ ਤੇ ਸਾਈਨ ਕਿਹੜਾ ਹੁੰਦਾ ਜਿਹੜੀ ਟਰਮ ਦੋਵਾਂ ਚ ਵੱਡੀ ਹੁੰਦੀ ਹੈ। ਠੀਕ ਹੈ ਜੀ, ਬੇਸਿਕ ਮੈਥਮੈਟਿਕਸ ਹੈ। ਇਹ ਬਣ ਗਿਆ ਐਮ ਐਲ ਦੀ 1 ਲਿਖ ਲਓ ਜਾਂ ਐਲ ਲਿਖ ਲਓ, ਟੀ ਮਾਈਨਸ ਉਹਨੂੰ ਆਪਾਂ ਕਹਿੰਦਾ ਇਕੁਏਸ਼ਨ ਨੰਬਰ ਸੈਕਿੰਡ। ਹੁਣ ਦੇਖੋ ਫਰੋਮ ਇਕੁਏਸ਼ਨ ਫਸਟ ਐਂਡ ਸੈਕਿੰਡ, ਇੱਥੇ ਵੈਲਿਊ ਕੀ ਆਈ ਸੀ, ਇੱਥੇ ਵੀ ਵੈਲਿਊ ਕੀ ਆਈ ਹੈ। ਵੈਰੀ ਗੁੱਡ ਬੇਟੇ, ਇਹਦਾ ਮਤਲਬ ਲੈਫਟ ਹੈਂਡ ਸਾਈਡ ਕਹਿੰਦੇ ਬਰਾਬਰ ਹੈ। ਸੋ ਇਕੁਏਸ਼ਨ ਆਫ ਹੋਮੋਜੈਨਿਟੀ ਦੇ ਅਕੋਰਡਿੰਗਲੀ ਫਾਰਮੂਲਾ ਕੀ ਹੈ। ਵੈਰੀ ਗੁੱਡ ਬੇਟੇ, ਸੋ ਅਕੋਰਡਿੰਗ ਟੂ ਪ੍ਰਿੰਸੀਪਲ ਆਫ ਹੋਮੋਜੈਨਿਟੀ ਆਪਾਂ ਲਿਖਣਾ ਹੈ ਥੱਲੇ ਜਿਹੜਾ ਆਪਾਂ ਉੱਪਰ ਲਿਖਿਆ, ਆਹੀ ਚੀਜ਼ ਆਪਾਂ ਦੁਬਾਰਾ ਲਿਖਣੀ ਹੈ, ਆਹ ਵਾਲੀ ਚੀਜ਼। So dimension on the both side of the equation are same. So according to principle of homogeneity, if dimension on the both side of equation are same, then formula is correct. ਦੱਸੋ ਬੇਟੇ ਇਹ ਐਪਲੀਕੇਸ਼ਨ ਹੈ ਜਿਹੜੀ ਆਪਾਂ ਨੂੰ ਪਹਿਲੀ ਹੈ ਜਿਹੜੀ ਉਹ ਕਲੀਅਰ ਹੋਈ ਕਿ ਨਹੀਂ ਹੋਈ, ਸਾਰਿਆਂ ਨੂੰ ਕਲੀਅਰ ਹੋ ਗਈ। ਚਲੋ ਠੀਕ ਹੈ ਬੇਟੇ, ਇਹਦੇ ਨਾਲ ਰਲਦਾ ਮਿਲਦਾ ਥੋੜਾ ਜਿਹਾ ਚੇਂਜ ਇੱਕ ਆਪਾਂ ਹੋਰ ਕਰਦੇ ਹਾਂ। ਜਿਹੜੀਆਂ ਐਪਲੀਕੇਸ਼ਨਸ ਹੈ ਨਾ ਬੇਟੇ ਇਹਨਾਂ ਦੇ ਨਿੱਕੇ ਨਿੱਕੇ ਨੂਮੈਰੀਕਲ ਹੀ ਆਉਣੇ ਆ ਇਸ ਚੈਪਟਰ ਤੋਂ, ਠੀਕ ਹੈ। ਹੁਣ ਆਪਣੇ ਕੋਲ ਬੇਟੇ ਇੱਕ ਇਕੁਏਸ਼ਨ ਦਿੱਤੀ ਹੋਈ ਹੈ ਜਾਂ ਇੱਕ ਨੂਮੈਰੀਕਲ ਹੈ ਜਿਹੜਾ ਉਹ ਕੀ ਕਹਿੰਦਾ ਹੈ, ਇੱਕ ਇਕੁਏਸ਼ਨ ਦਿੱਤੀ ਹੋਈ ਹੈ p plus a by v square bracket is equal to v minus b is equal to rt is equal to rt। ਇਹ ਵੰਡਰਵਾਲ ਇਕੁਏਸ਼ਨ ਹੈ, ਇਹ ਆਪਣੇ ਕੋਲ ਕੀ ਹੈ ਵੰਡਰਵਾਲ ਇਕੁਏਸ਼ਨ। ਕਹਿੰਦਾ ਮਤਲਬ ਇਹ ਗੈਸਿਸ ਦੇ ਵਿਚਕਾਰ ਜਦੋਂ ਆਪਾਂ ਫੋਰਸ ਵਗੈਰਾ ਕੈਲਕੂਲੇਟ ਕਰਨੀ ਜਾਂ ਪ੍ਰੈਸ਼ਰ ਕੈਲਕੂਲੇਟ ਕਰਨਾ ਉਦੋਂ ਯੂਜ਼ ਹੁੰਦੀ ਹੈ। ਬਟ ਆਪਾਂ ਨੂੰ ਇਸ ਚੈਪਟਰ 'ਚ ਇਸ ਤਰ੍ਹਾਂ ਨਾਲ ਹੀ ਦਿੱਤੀ ਹੋ ਕੋਈ ਨਾ ਕੋਈ ਇਕੁਏਸ਼ਨ। ਹੁਣ ਦੇਖੋ ਉਹ ਇਹ ਨਹੀਂ ਕਹਿੰਦਾ ਵੀ ਡਾਈਮੈਂਸ਼ਨ ਚੈੱਕ ਕਰੋ ਵੀ ਸੇਮ ਹੈ ਜਾਂ ਨਹੀਂ, ਜਾਂ ਫਾਰਮੂਲਾ ਕਰੈਕਟ ਹੈ ਕਿ ਨਹੀਂ, ਉਹ ਕਹਿੰਦਾ ਇਕੁਏਸ਼ਨ ਸਹੀ ਹੈ। ਕੈਲਕੂਲੇਟ ਕੀ ਕਰਨਾ ਹੈ, ਕੈਲਕੂਲੇਟ ਦੀ ਵੈਲਿਊ ਆਫ a ਐਂਡ b, ਕੈਲਕੂਲੇਟ ਦੀ ਵੈਲਿਊ ਆਫ, ਕੁਐਸਚਨ ਸਮਝ ਲੱਗਿਆ ਬੇਟੇ। ਇਕੁਏਸ਼ਨ ਦਿੱਤੀ ਹੋਈ ਹੈ, ਠੀਕ ਹੈ ਜੀ, ਸਹੀ ਹੈ ਇਕੁਏਸ਼ਨ, ਐਂਡ ਵੀ ਵਾਂਟ ਟੂ ਕੈਲਕੂਲੇਟ ਦੀ ਵੈਲਿਊ ਆਫ ਦੀ ਕਾਂਸਟੈਂਟ a ਐਂਡ b, ਠੀਕ ਹੈ ਜੀ। ਹੁਣ ਇਹਨੂੰ ਕਰਨ ਦੇ ਦੋ ਤਰੀਕੇ ਹੈ, ਜਾਂ ਤਾਂ ਆਪਾਂ ਇਹਦੇ ਡਾਈਮੈਂਸ਼ਨ ਕੈਲਕੂਲੇਟ ਕਰ ਲਈਏ ਤੇ ਇਹਨੂੰ ਇਹਦੇ ਡਾਈਮੈਂਸ਼ਨ ਦੇ ਬਰਾਬਰ ਕਰ ਦਈਏ, ਜਾਂ ਆਰਟੀ ਦੇ ਡਾਈਮੈਂਸ਼ਨ ਇਹਦੇ ਡਾਈਮੈਂਸ਼ਨ ਨੂੰ, ਕਿਉਂਕਿ ਜੇ ਤਿੰਨੇ ਬਰਾਬਰ ਹੈ ਤਾਂ ਆ ਵੀ ਆਪਸ ਚ ਬਰਾਬਰ ਹੋਣਗੇ ਤੇ ਆ ਵੀ ਆਪਸ ਚ ਕੀ ਹੋਣਗੇ ਬਰਾਬਰ। ਇੱਕ ਮੈਥਡ ਤਾਂ ਇਹ ਹੈ ਵੀ ਆਰਟੀ ਦੇ ਡਾਈਮੈਂਸ਼ਨ ਕੱਢ ਕੇ ਇਹਦੇ ਬਰਾਬਰ ਕਰ ਦਈਏ ਤੇ ਉੱਥੋਂ v ਨੂੰ ਦੂਸਰੀ ਸਾਈਡ ਤੇ ਲਿਜਾ ਕੇ ਉਹਨੂੰ ਸੋਲਵ ਕਰ ਦਈਏ। v ਵੋਲਿਊਮ ਹੈ, ਇੱਥੇ v ਆਪਣੇ ਕੋਲ ਕੀ ਹੈ, e ਆਪਣੇ ਕੋਲ ਪ੍ਰੈਸ਼ਰ ਹੈ, e ਆਪਣੇ ਕੋਲ ਕੀ ਹੈ। ਬਟ ਜੇ ਅਸੀਂ ਹਾਂਜੀ ਇਕੁਏਸ਼ਨ ਆਫ ਹੋਮੋਜੈਨਿਟੀ ਲਾਈਏ ਤਾਂ ਆਪਾਂ ਆ ਗੱਲ ਕੀਤੀ ਸੀ l ਪਲੱਸ l ਕਹਿੰਦੇ ਬਰਾਬਰ ਹੁੰਦਾ, ਠੀਕ ਹੈ, ਤੇ l ਮਾਈਨਸ l ਕਹਿੰਦੇ ਬਰਾਬਰ ਹੁੰਦਾ, ਠੀਕ ਹੈ ਜੀ। ਤੇ ਇਸ ਇਕੁਏਸ਼ਨ ਦੇ ਅਕੋਰਡਿੰਗਲੀ ਵੇਖੀਏ p ਪ੍ਰੈਸ਼ਰ ਹੈ ਨਾ, ਇਹਦਾ ਮਤਲਬ ਆ ਸਾਰੀ ਟਰਮ ਵੀ ਕੀ ਹੋਣੀ ਚਾਹੀਦੀ ਹੈ, ਪ੍ਰੈਸ਼ਰ ਹੀ ਹੋਣੀ ਚਾਹੀਦੀ ਹੈ, ਤਾਂ ਹੀ ਪ੍ਰੈਸ਼ਰ ਦੇ ਵਿੱਚ ਪ੍ਰੈਸ਼ਰ ਐਡ ਹੋਊਗਾ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ। ਬੇਸਿਕ ਚੀਜ਼ ਜਿਹੜੀ ਮੈਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਬੇਟੇ, ਪ੍ਰੈਸ਼ਰ ਆਪਾਂ ਕਿਹਾ ਸੀਗਾ ਸੇਮ ਕੁਆਂਟੀਟੀਜ਼ ਕੈਨ ਬੀ ਐਡਿਡ ਔਰ ਸਬਟ੍ਰੈਕਟਡ। ਇਹਦਾ ਮਤਲਬ ਸਾਨੂੰ ਇੱਕ ਚੀਜ਼ ਤਾਂ ਉਹਨੇ ਕਲੀਅਰ ਦਿੱਤੀ ਹੋਈ ਵੀ p ਪ੍ਰੈਸ਼ਰ ਹੈ ਤੇ ਇਹਦਾ ਮਤਲਬ a ਬਾਈ v ਸਕੁਅਰ ਵੀ ਕੀ ਹੋਣਾ ਚਾਹੀਦਾ ਹੈ
ਹਾਂ, ਇਹਦਾ ਮਤਲਬ ਜਿਹੜੇ ਪ੍ਰੈਸ਼ਰ ਦੇ ਯੂਨਿਟ ਹੋਣੇ ਚਾਹੀਦੇ ਹੈ ਜਾਂ ਪ੍ਰੈਸ਼ਰ ਦੇ ਜਿਹੜੇ ਡਾਇਮੈਂਸ਼ਨਲ ਫਾਰਮੂਲਾ ਹੋਣਾ ਚਾਹੀਦਾ ਉਹੀ ਕਿੰਦਾ ਹੋਣਾ ਚਾਹੀਦਾ, A/B² ਦਾ ਹੋਣਾ ਚਾਹੀਦਾ। ਤੇ ਹੁਣ ਫਿਰ ਉਹੀ ਟੇਬਲ ਆ ਗਿਆ। ਪ੍ਰੈਸ਼ਰ ਦਾ ਫਾਰਮੂਲਾ ਦੱਸੋ ਕੀ ਹੁੰਦਾ? ਟੇਬਲ ਯਾਦ ਕਰ ਲਓ ਪੁੱਤਰ, ਮੈਂ ਤੁਹਾਨੂੰ ਕੱਲ ਕਿਹਾ ਸੀ 50 ਟਰਮਸ ਯਾਦ ਕਰੋ। ਪ੍ਰੈਸ਼ਰ ਹੁੰਦਾ ਫੋਰਸ ਬਾਈ ਏਰੀਆ। ਪ੍ਰੈਸ਼ਰ ਕੀ ਹੁੰਦਾ? ਫੋਰਸ ਦਾ ਫਾਰਮੂਲਾ ਹੁਣੇ ਕੀਤਾ, MLT-2। MLT- ਏਰੀਆ ਕੀ ਹੁੰਦਾ? ਲੰਬਾਈ ਗੁਣਾ ਚੌੜਾਈ, ਲੈਂਥ ਇਨਟੂ ਬ੍ਰੈਡਥ, L/L। ਇਹਦਾ ਮਤਲਬ ਇੱਥੇ ਆਪਣੇ ਕੋਲ L/L ਕਰਾਂਗੇ ਤਾਂ ਕੀ ਹੋ ਜਾਊਗਾ, L ਦਾ ਸਕੁਅਰ ਹੋ ਜਾਊਗਾ ਨੀਚੇ। ਕਲੀਅਰ ਹੋਇਆ ਕਿ ਨਹੀਂ ਹੋਇਆ? ਹੁਣ ਆਹ ਟਰਮ ਨੂੰ ਉੱਪਰ ਲੈ ਕੇ ਜਾਵਾਂਗੇ, L ਦੀ -2 ਹੋ ਜੂ, ਇੱਥੇ L ਦੀ +1, ਤਾਂ ਕੀ ਬਣ ਜਾਊਗਾ ਬੇਟੇ, ML-1। ਕਿਉਂਕਿ ਆਹ ਟਰਮ ਨੂੰ ਉੱਪਰ ਲੈ ਕੇ ਜਾਵਾਂਗੇ ਤਾਂ ਇਹ ਟਰਮ ਕਾਦੀ ਹੋ ਜੂਗੀ ਬੇਟੇ, ਮਾਈਨਸ ਦੀ ਹੋ ਜੂਗੀ। -2 ਤੇ L ਦੀ 1, ਬੇਸ ਸੇਮ ਹੈ ਤਾਂ ਪਾਵਰਸ ਨੂੰ ਐਡ ਕਰੋਗੇ, ਪਾਵਰ ਚ ਕੀ ਐਡ ਹੋਊਗਾ, -2 + 1, ਤਾਂ ਕੀ ਆਊਗਾ, -1। ਕੀ ਆਊਗਾ? ਹਾਂ, ਇਹਦਾ ਮਤਲਬ ਪ੍ਰੈਸ਼ਰ ਦਾ ਡਾਇਮੈਂਸ਼ਨਲ ਫਾਰਮੂਲਾ ਕੀ ਆ ਗਿਆ। ਸ਼ਾਬਾਸ਼ ਬੇਟੇ। ਇਹਦਾ ਮਤਲਬ ਇੱਥੇ ਅਸੀਂ ਵੈਲਿਊ ਭਰ ਸਕਦੇ ਹਾਂ, ML-1 T-2 ਕਿੰਦੇ ਬਰਾਬਰ ਹੈ, A/, ਅਸੀਂ ਵੈਲਿਊ ਕਿੰਦੀ ਕੈਲਕੂਲੇਟ ਕਰਨੀ ਹੈ, A ਦੀ। ਇਹਦੀ ਵੈਲਿਊ ਕੈਲਕੂਲੇਟ ਕਰਨੀ ਹੈ, ਉਹਨੂੰ ਕੱਲਾ ਰੱਖੋ, ਬਾਕੀ ਸਾਰੀਆਂ ਟਰਮ ਨੂੰ ਚੱਕ ਕੇ ਦੂਸਰੀ ਸਾਈਡ ਤੇ ਲੈ ਜਾਓ। V ਆਪਣੇ ਕੋਲ ਕੀ ਹੈ ਬੇਟੇ, ਵੋਲਿਊਮ, ML-1 T-2, ਇੱਥੇ ਮਲਟੀਪਲਾਈ ਕੀ ਹੋਊਗਾ, ਵੋਲਿਊਮ। ਵੋਲਿਊਮ ਦਾ ਕੀ ਹੁੰਦਾ ਯੂਨਿਟ ਬੇਟੇ, ਲੰਬਾਈ ਗੁਣਾ ਚੌੜਾਈ ਗੁਣਾ ਉਚਾਈ, ਲੈਂਥ ਇਨਟੂ ਬ੍ਰੈਡਥ ਇਨਟੂ ਹਾਈਟ। ਮਤਲਬ ਕੀ ਹੋਊਗਾ, L³ ਪਰ ਸਾਰੇ ਦੀ ਪਾਵਰ ਕਿੰਨੀ ਹੈ, 2। ਉੱਪਰ ਪਾਵਰ ਕਿੰਨੀ ਹੈ, 2। ਇਹਦੀ ਵੈਲਿਊ ਹੋਊਗੀ, ਇਹਦਾ ਮਤਲਬ ਇਹਦੀ ਵੈਲਿਊ ਜੇ ਅਸੀਂ ਸੋਲਵ ਕਰੀਏ A ਦੀ ਤਾਂ ਆਪਣੇ ਕੋਲ ਕੀ ਹੈ, M ਯਾਰ, ਠੀਕ ਹੈ ਜੀ। ਕੀ ਪ੍ਰੈਸ਼ਰ ਆਪਾਂ ਕੀ ਕਰ ਰਹੇ ਸੀ, P + A/V² ਹੈ ਜਿਹੜਾ, ਉਹ ਆਪਣੇ ਕੋਲ ਕੀ ਦਿੱਤਾ ਹੋਇਆ ਸੀ ਇੱਧਰ, V - B = RT। ਇਹ ਇਕੁਏਸ਼ਨ ਦਿੱਤੀ ਹੋਈ ਸੀ ਨਾ, ਵੈਲਿਊ ਕਿੰਨੀ ਕੱਢਣੀ ਸੀ, A ਦੀ ਤੇ B ਦੀ। ਪ੍ਰੈਸ਼ਰ ਦਾ ਆਪਾਂ ਫਾਰਮੂਲਾ ਕੀ ਕੱਢ ਲਿਆ ਸੀ, ML-1 T-2। ਠੀਕ ਹੈ ਜੀ। ਆਪਾਂ ਆ ਗੱਲ ਕਹੀ ਸੀਗੀ ਵੀ ਜੇਕਰ ਸੇਮ ਕੁਆਂਟੀਟੀਜ਼ ਕੈਨ ਬੀ ਐਡਿਡ ਔਰ ਸਬਟ੍ਰੈਕਟਡ, ਜੇ ਪ੍ਰੈਸ਼ਰ ਹੈ ਤੇ ਇਹਦੇ ਡਾਇਮੈਂਸ਼ਨ ਵੀ ਕੀ ਹੋਣੇ ਚਾਹੀਦੇ ਆ, ਪ੍ਰੈਸ਼ਰ ਦੇ ਹੋਣੇ ਚਾਹੀਦੇ ਆ, ਤੇ ਆਪਾਂ ਇਹਨੂੰ ਲਿਖ ਲਿਆ A/V²। V ਆਪਣੇ ਕੋਲ ਕੀ ਸੀਗਾ, ਵੋਲਿਊਮ, ਇਹਦੇ ਯੂਨਿਟ ਕੀ ਬਣ ਜਾਣੇ ਆ, L6 ਲਿਖਦੇ ਆ ਸਿੱਧਾ ਹੀ, ਇਹਦੇ L³ ਹੋ ਜਾਣਗੇ, 2 ਪਾਵਰ ਕਰੋਗੇ ਤਾਂ 3 ਦੂਣੀ 6, L6 ਹੋ ਗਿਆ। ਇਹਦੀ ਵੈਲਿਊ ਕੱਢਣੀ ਹੈ ਤਾਂ ਇਹਨੂੰ ਇੱਧਰ ਲੈ ਜਾ ਕੇ ਇਹਦੇ ਨਾਲ ਕੀ ਕਰਦੇ ਹੋ, ਮਲਟੀਪਲਾਈ। ਕੀ ਬਣ ਗਿਆ, ML-1 L6 T-2। ਦੱਸੋ ਬੇਟੇ ਆਹ ਸਟੈਪ ਕਲੀਅਰ ਹੋਇਆ ਕਿ ਨਹੀਂ ਹੋਇਆ? ਨੂੰ ਇੱਧਰ ਜਾ ਕੇ ਮਲਟੀਪਲਾਈ ਕੀਤਾ, ਬੇਸ ਸੇਮ ਹੈ ਤਾਂ ਪਾਵਰਸ ਕੀ ਹੋ ਜਾਣਗੀਆਂ,